ਇਸ ਪ੍ਰਸ਼ਨ ਤੋਂ ਪਹਿਲਾਂ ਜਿਹੜਾ ਦੂਸਰੇ ਗਰੁੱਪ ਵਿੱਚ ਲਿਖਿਆ ਹੈ, ਪਹਿਲੇ ਗਰੁੱਪ ਵਿੱਚ ਇੱਕ ਵੀਡੀਓ ਰਿਕਾਰਡਿੰਗ ਪਾਈ ਹੋਈ ਹੈ ਤੇ ਉਹਦੇ ਥੱਲੇ ਲਿਖਿਆ ਹੈ, ਬਾਬਾ ਜੀ ਪੂਰਨਮਾਸੀ ਦਾ ਜੀਵਨ 'ਚ ਕੀ ਮਹੱਤਵ ਹੈ। ਤੇ ਇਹ ਜੋ ਵੀਡੀਓ ਰਿਕਾਰਡਿੰਗ ਹੈ, ਇਹਦੇ ਵਿੱਚ ਪੂਰਨਮਾਸੀ ਦਾ ਮਹਾਤਮ ਦੱਸ ਰਹੇ ਹਨ, ਕਿਉਂਕਿ ਇਹ ਸਾਧੂ ਜਿਹੜੇ ਬੋਲ ਰਹੇ ਹਨ, ਪ੍ਰਚਾਰ ਕਰ ਰਹੇ ਹਨ, ਇਹ ਪੂਰਨਮਾਸੀ ਮਨਾਉਂਦੇ ਹੋਣਗੇ। ਤੇ ਪੂਰਨਮਾਸੀ ਦਾ ਮਹਾਤਮ ਇਹ ਦੱਸ ਰਹੇ ਹਨ। ਇੱਕ ਗੱਲ ਖਿਆਲ ਵਿੱਚ ਬਹੁਤ ਜ਼ਰੂਰੀ ਰੱਖਣ ਯੋਗ ਹੈ, ਪਹਿਲਾਂ ਵੀ ਕਹੀ ਹੈ, ਫੇਰ ਸਰੋਤਿਆਂ ਨੂੰ ਭੁੱਲ ਜਾਂਦੀ ਹੈ, ਕਿ ਜੋ ਬਾਹਰ ਧਰਮ ਤੁਸੀਂ ਦੇਖਦੇ ਹੋ ਨਾ, ਇਹ ਵਾਸਤਵਿਕ ਦੇ ਵਿੱਚ ਧਰਮ ਨਹੀਂ ਹੈ। ਇਹ ਸੰਸਾਰ ਦਾ ਹੀ ਹਿੱਸਾ ਹੈ। ਜਿਵੇਂ ਬਾਬੇ ਨਾਨਕ ਦੇਵ ਜੀ ਦੇ ਸਮੇਂ ਸੀ, ਪੰਡਤ ਸਨ, ਬ੍ਰਾਹਮਣ ਸਨ, ਉਹ ਧਰਮ ਦਾ ਪ੍ਰਚਾਰ ਕਰਦੇ ਸਨ। ਉਸ ਧਰਮ ਨੂੰ ਬਾਬੇ ਨਾਨਕ ਨੇ ਜਾਂ ਭਗਤ ਕਬੀਰ ਜੀ ਨੇ ਪਾਖੰਡ ਕਿਹਾ ਸੀ। ਅੱਜ ਵੀ ਵੈਸਾ ਹੀ ਹੈ। ਬਾਹਰ ਜੋ ਧਾਰਮਿਕ ਜਗਤ ਵਿੱਚ ਤੁਸੀਂ ਦੇਖ ਰਹੇ ਹੋ, ਤੇ ਜਿਹੜਾ ਸਰੋਤਾ ਬਾਹਰਲੇ ਧਰਮ ਵਿੱਚ ਰੰਚਕ ਮਾਤਰ ਵੀ ਦਿਲਚਸਪੀ ਰੱਖਦਾ ਹੈ ਨਾ, ਉਹਨਾਂ ਦੀਆਂ ਗੱਲਾਂ ਠੀਕ ਲੱਗਦੀਆਂ ਹਨ, ਤੇ ਉਹ ਖਿਆਲ ਵਿੱਚ ਇਹ ਵੀ ਗੱਲ ਨਾਲ ਨਾਲ ਰੱਖ ਲਵੇ ਕਿ ਇੱਧਰ ਜੋ ਕਿਹਾ ਜਾ ਰਿਹਾ ਹੈ ਨਾ, ਉਹ ਤੁਹਾਨੂੰ ਸਮਝ ਵਿੱਚ ਹੀ ਨਹੀਂ ਆਵੇਗਾ, ਤੁਹਾਡੇ ਪੱਲੇ ਨਹੀਂ ਪਵੇਗੀ ਕੋਈ ਵੀ ਗੱਲ। ਜਿੰਨਾ ਚਿਰ ਬਾਹਰਲੇ ਧਰਮ ਵਿੱਚ ਤੁਹਾਡੀ ਰੁਚੀ ਹੈ, ਤਾਂ ਉਨਾ ਚਿਰ ਅੰਦਰ ਨੂੰ ਤੁਸੀਂ ਵਾਸਤਵਿਕ ਧਰਮ ਵੱਲ ਨੂੰ ਨਹੀਂ ਮੁੜ ਸਕਦੇ ਹੋ। ਹੁਣ ਬਾਹਰਲਾ ਧਰਮ ਤੁਹਾਨੂੰ ਸਿਆਣ ਵਿੱਚ ਕਿਵੇਂ ਆਵੇ, ਇਹ ਤੁਸੀਂ ਇਹ ਰਿਕਾਰਡਿੰਗ ਗੌਰ ਨਾਲ ਸੁਣੋਗੇ ਨਾ, ਤੇ ਤੁਹਾਨੂੰ ਖਿਆਲ ਵਿੱਚ ਆ ਜਾਵੇਗਾ। ਪਹਿਲੇ ਤਾਂ ਗੱਲ ਇਹ ਹੈ, ਇਹ ਕੀਰਤਨ ਦਾ ਮਹਾਤਮ ਦੱਸ ਰਹੇ ਹਨ ਵੀ ਕੀਰਤਨ ਜਿਹੜਾ ਸੁਣੇਗਾ ਉਹਦਾ ਦੁੱਖ ਦੂਰ ਹੋਵੇਗਾ, ਰੋਗ ਦੂਰ ਹੋਣਗੇ, ਕਿਉਂਕਿ ਇਹ ਕੀਰਤਨ ਕਰਦੇ ਹਨ, ਕਰਵਾਉਂਦੇ ਹਨ। ਤੇ ਕੀਰਤਨ ਦਾ ਮਹਾਤਮ ਤੇ ਪ੍ਰਮਾਣ ਵੀ ਉਹ ਦੇ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਲਯੁਗ ਮਹਿ ਕੀਰਤਨ ਪ੍ਰਧਾਨ, ਗੁਰਮੁਖ ਜਪੀਏ ਲਾਏ ਧਿਆਨ, ਤੇ ਗਵਾਹੀ ਵੀ ਉਹਨਾਂ ਦੀ ਦੇ ਦਿੰਦੇ ਹਨ ਵੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਹਨ, ਤੁਸੀਂ ਮਨਾ ਵੀ ਨਹੀਂ ਕਰ ਸਕਦੇ। ਤੇ ਇੱਥੇ ਬੈਠ ਕੇ ਹਰ ਪੂਰਨਮਾਸੀ ਨੂੰ
ਜਿਹੜਾ ਦੀਵਾਨ ਸੁਣੇਗਾ, ਕੀਰਤਨ ਸੁਣੇਗਾ, ਉਹਦੇ ਸਾਰੇ ਹੀ ਦੁੱਖੜੇ ਦੂਰ ਹੋ ਜਾਣਗੇ। ਇਹੋ ਹੀ ਕਹਿ ਰਹੇ ਹਨ ਨਾ ਇਹ ਮਹਾਤਮਾ। ਤੇ ਐਸਾ ਕਿਹੜਾ ਮਹਾਤਮਾ ਹੈ ਜਿਹੜਾ ਇਹ ਗੱਲ ਨਾ ਕਹਿੰਦਾ ਹੋਵੇ, ਜਿਹੜੇ ਉਸ ਸਥਾਨ 'ਤੇ ਬੈਠਾ ਹੋਵੇ। ਕੋਈ ਵੀ ਐਸਾ ਸਥਾਨ ਹੈ ਜਿਹਦਾ ਮਹਾਤਮ ਨਹੀਂ ਦੱਸਿਆ ਜਾਂਦਾ? ਜਿਹਦਾ ਮਹਾਤਮ ਨਹੀਂ ਦੱਸਿਆ ਜਾਵੇਗਾ ਉਹ ਚੱਲੇਗਾ ਹੀ ਨਹੀਂ, ਉਸ ਸਥਾਨ 'ਤੇ ਕੋਈ ਜਾਵੇਗਾ ਹੀ ਨਹੀਂ। ਤੇ ਜਿਹੜੇ ਕੋਈ ਸਥਾਨ 'ਤੇ ਰਹਿ ਰਿਹਾ ਹੈ ਜਾਂ ਕੋਈ ਸਥਾਨ 'ਤੇ ਡਿਊਟੀ ਕਰਦਾ ਹੈ ਜਾਂ ਕੋਈ ਸਥਾਨ ਦੇ ਨਾਲ ਜੁੜਿਆ ਹੋਇਆ ਹੈ, ਕਿਸੇ ਵੀ ਧਾਰਮਿਕ ਸਥਾਨ ਨਾਲ, ਉਸ ਧਾਰਮਿਕ ਸਥਾਨ ਦੀ ਮਸ਼ਹੂਰੀ ਤਾਂ ਕਰਨੀ ਪਵੇਗੀ ਨਾ, ਜਿਹਨੂੰ ਐਡ ਕਹਿੰਦੇ ਹਨ। ਅਤੇ ਧਾਰਮਿਕ ਲੋਕ ਐਡ ਕਿਵੇਂ ਕਰਦੇ ਹਨ? ਇਸ ਸਥਾਨ 'ਤੇ ਤੁਹਾਡੇ ਸਾਰਿਆਂ ਦੀਆਂ ਝੋਲੀਆਂ ਭਰ ਕੇ ਜਾਣਗੀਆਂ। ਇਹੋ ਕਹਿ ਰਿਹਾ ਹੈ ਨਾ ਮਹਾਤਮਾ। ਕੋਈ ਵੀ ਖਾਲੀ ਨਹੀਂ ਜਾਵੇਗਾ। ਹਰ ਪੂਰਨਮਾਸੀ ਨੂੰ ਤੁਸੀਂ ਇੱਥੇ ਹਾਜ਼ਰੀਆਂ ਭਰੀਆਂ ਨਾ, ਤੇ ਸਾਰੇ ਹੀ ਦੁੱਖੜੇ ਕੱਟੇ ਜਾਣਗੇ, ਤੁਹਾਡੇ ਦੁੱਖ ਦੂਰ ਹੋ ਜਾਣਗੇ। ਦੇਖੋ, ਇਹੋ ਹੀ ਤੇ ਪ੍ਰਲੋਭਨ ਦੇ ਰਹੇ ਹਨ ਸਾਰੇ ਹੀ ਧਾਰਮਿਕ ਲੋਕ। ਕਿਉਂਕਿ ਉਹ ਜਿਹੜੇ ਸਥਾਨ 'ਤੇ ਬੈਠੇ ਹੋਏ ਹਨ, ਉਸ ਸਥਾਨ ਨੂੰ ਚਲਾਉਣਾ ਵੀ ਹੈ ਉਹਨਾਂ ਨੇ, ਤੇ ਉਸ ਸਥਾਨ ਦੇ ਨਾਲ ਜੋੜ ਰਹੇ ਹਨ। ਵੇਖੋ, ਤੇ ਗਵਾਹੀ ਕਿਹਦੀ ਦੇ ਰਹੇ ਹਨ? ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ। ਫਿਰ ਜਿਹੜੇ ਸਿੱਖ ਸ਼ਰਧਾਲੂ ਹਨ ਉਹ ਇਨਕਾਰ ਵੀ ਨਹੀਂ ਕਰਦੇ ਹਨ ਵੀ ਗੁਰੂ ਹੀ ਕਹਿ ਰਹੇ ਹਨ ਸਾਡੇ। ਇਵੇਂ ਹੀ ਸਨਾਤਨ ਧਰਮ ਵਾਲੇ, ਉਹ ਕਹਿੰਦੇ ਹਨ ਵੇਦਾਂ 'ਚ ਲਿਖਿਆ, ਸ਼ਾਸਤਰਾਂ 'ਚ ਲਿਖਿਆ, ਕ੍ਰਿਸ਼ਨ ਜੀ ਨੇ ਕਿਹਾ ਗੀਤਾ 'ਚ। ਤੇ ਜਿਹੜਾ ਜਿੱਥੇ ਵੀ ਰਹਿ ਰਿਹਾ ਹੈ, ਜਿਹੜੇ ਸਥਾਨ ਨਾਲ ਜੁੜਿਆ ਹੋਇਆ, ਉਸ ਸਥਾਨ ਦੀ ਮਹਿਮਾ ਕਰਦਾ ਹੈ, ਤਾਂ ਹੀ ਤਾਂ ਲੋਕ ਜੁੜਦੇ ਹਨ। ਖਿਆਲ ਵਿੱਚ ਰੱਖੋ। ਤੇ ਪੂਰਨਮਾਸੀ ਦੀ ਮਹਿਮਾ ਨਹੀਂ, ਜਿਹੜਾ ਵੀ ਤਿਉਹਾਰ ਜਿਹੜੇ ਸਥਾਨ 'ਤੇ ਮਨਾਇਆ ਜਾਂਦਾ ਹੈ, ਉਹਦੇ ਹੀ ਮਹਿਮਾ, ਉਹਦੇ ਹੀ ਗੁਣ ਗਾਉਂਦੇ ਹਨ। ਜੇ ਕੋਈ ਮੱਸਿਆ ਕਿਸੇ ਸਥਾਨ 'ਤੇ ਮਨਾਈ ਜਾਂਦੀ, ਉਹ ਕਹਿੰਦੇ ਮੱਸਿਆ ਦਾ ਬੱਲੇ ਮਹਾਤਮ ਬਹੁਤ ਹੈ ਇਸ ਸਥਾਨ 'ਤੇ। 5 ਮੱਸਿਆ ਨਹਾਵੇ ਨਾ ਕੋਈ, ਤੇ ਉਹਦੇ ਸਾਰੇ ਹੀ ਪਾਪ ਉਤਰ ਜਾਣਗੇ, ਦੁੱਖੜੇ ਦੂਰ ਹੋ ਜਾਣਗੇ। ਕੋਈ ਸੰਗਰਾਂਦ ਦਾ ਮਹਾਤਮ ਦੱਸੇ ਗਏ, ਜਿੱਥੇ ਸੰਗਰਾਂਦ ਮਨਾਈ ਜਾ ਰਹੀ, ਜਿੱਥੇ ਜਿੱਥੇ ਵੀ ਜਿਹੜਾ ਵੀ ਪ੍ਰੋਗਰਾਮ ਮਨਾਇਆ ਜਾ ਰਿਹਾ, ਕਈ ਕਹਿ ਦਿੰਦੇ ਹਨ 5 ਚੌਂਕੀਆਂ ਭਰੋ, ਕਈ ਪੰਚਮੀ ਮਨਾਉਂਦੇ, ਕਈ ਦਸਵੀਂ ਮਨਾਉਂਦੇ। ਤੇ ਜੀਵਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਮਹਾਤਮ ਥੋੜ੍ਹੀ ਹੈ। ਤੁਸੀਂ ਕਹਿੰਦੇ ਜੀਵਨ 'ਚ ਕੀ ਮਹਾਤਮ? ਜੀਵਨ 'ਚ ਬਾਹਰਲੀਆਂ ਚੀਜ਼ਾਂ ਕਿਸੇ ਦਾ ਵੀ ਮਹਾਤਮ ਨਹੀਂ ਹੈ। ਪਰ ਮਹਾਤਮ ਉਹਨਾਂ ਵਾਸਤੇ ਹੈ। ਮਹਾਤਮ ਦਾ ਕੀ ਅਰਥ? ਫਲ। ਪੂਰਨਮਾਸੀ ਦਾ ਫਲ, ਜਿਹੜੇ ਫਲ ਨੂੰ ਚਾਹ ਰਹੇ ਹਨ, ਤੇ ਫਲ ਨੂੰ ਚਾਹ ਰਹੇ ਹਨ ਬਾਹਰ ਸੰਸਾਰ ਵਿੱਚ। ਬਾਹਰਲਾ ਧਰਮ ਜੋ ਹੈ ਨਾ, ਜਿਹਨੂੰ ਭੇਖੀ ਧਰਮ ਕਿਹਾ ਜਾ ਸਕਦਾ ਹੈ, ਉਹਨੂੰ ਹੀ ਪਾਖੰਡੀ ਧਰਮ ਕਹਿੰਦੇ ਹਨ। ਇਹ ਧਰਮ ਬਾਹਰ ਸੰਸਾਰ ਨਾਲੋਂ ਤੋੜਦਾ ਨਹੀਂ ਹੈ, ਸੰਸਾਰ ਨਾਲ ਜੋੜਦਾ ਹੈ। ਇੱਛਾਵਾਂ ਘਟਾਉਂਦਾ ਨਹੀਂ ਹੈ, ਇੱਛਾਵਾਂ ਵਧਾਉਂਦਾ ਹੈ। ਇਹ ਹੁਣ ਜੋ ਕਹਿ ਰਹੇ ਹਨ, ਇਹ ਸੰਸਾਰ 'ਚੋਂ ਕੱਢਣ ਵਾਸਤੇ ਥੋੜ੍ਹੀ,
ਹੁਣ ਜੇ ਕਹਿ ਰਹੇ ਹਨ ਵੀ ਇੱਥੇ ਸਾਰੀਆਂ ਇਹ ਮਨੋਕਾਮਨਾ ਪੂਰੀਆਂ ਹੋਣਗੀਆਂ, ਦੁੱਖੜੇ ਦੂਰ ਹੋਣਗੇ, ਤੇ ਦੁੱਖੜੇ ਕਿੱਥੋਂ ਦੂਰ ਕਰਨੇ ਆ? ਸੰਸਾਰ ਵਿੱਚੋਂ ਪਰੇਸ਼ਾਨੀਆਂ ਸੰਸਾਰ ਵਿੱਚ ਹੈ, ਤੋ ਦੂਰ ਹੋਣਗੇ ਹੀ ਨਹੀਂ। ਕੁਛ ਦੂਰ ਹੋਣਗੇ, ਕੁਛ ਨਵੇਂ ਖੜੇ ਹੋ ਜਾਣਗੇ, ਹੋਰ ਪਰੇਸ਼ਾਨੀਆਂ ਖੜੀਆਂ ਹੋ ਜਾਣਗੀਆਂ। ਤੋ ਕਹਿਣਗੇ ਫਿਰ ਹੋਰ ਆਇਆ ਕਰੋ, ਤੁਸੀਂ ਹੋਰ ਜੁੜੋ, ਧਿਆਨਪੂਰਵਕ ਇੱਥੇ ਆਓ, ਦਕਸ਼ਣਾ ਲਿਆਇਆ ਕਰੋ, ਭੇਟਾ ਚੜਾਓ, ਪਾਠ ਕਰਾਓ। ਤੋਲ ਜਾਈ ਰੱਖਦੇ ਹਨ ਤੇ ਗਾਂ ਤੋਂ ਗਾਂ ਪਰੇਸ਼ਾਨੀਆਂ ਵੱਧਦੀਆਂ ਰਹਿੰਦੀਆਂ। ਪਰੇਸ਼ਾਨੀਆਂ ਮੁੱਕਦੀਆਂ ਸਨ, ਕਿਹਦੀਆਂ ਮੁੱਕੀਆਂ ਹਨ ਸੰਸਾਰ ਵਿੱਚ ਪਰੇਸ਼ਾਨੀ? ਕਿਹੜਾ ਦੁੱਖੜਿਆਂ ਤੋਂ ਬਾਹਰ ਜਾਂਦਾ ਹੈ ਸੰਸਾਰ ਵਿੱਚ? ਇੱਥੇ ਪੀਰਾਂ ਫਕੀਰਾਂ ਨੂੰ ਦੁੱਖੜੇ ਲੱਗਦੇ ਹਨ, ਤੇ ਸੰਸਾਰ ਤੇ ਹੈ ਹੀ ਦੁੱਖਾਂ ਦਾ ਘਰ। ਤੇ ਲੋਕ ਇਸ ਢੰਗ ਦੇ ਨਾਲ ਜੁੜੇ ਰਹਿੰਦੇ ਹਨ, ਤੇ ਧਾਰਮਿਕ ਲੋਕ ਜੋੜ ਕੇ ਰੱਖਦੇ ਹਨ। ਬਹੁਤ ਤਰੀਕੇ ਹਨ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ, ਖਿਆਲ ਵਿੱਚ ਰੱਖੋ। ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤਦੇ ਹਨ ਇਹ ਡੇਰੇਦਾਰ, ਇਹ ਧਾਰਮਿਕ ਲੋਕ। ਮੈਨੂੰ ਥੋੜ੍ਹੇ ਦਿਨ ਪਹਿਲਾਂ ਇੱਕ ਨੌਜਵਾਨ ਦਾ ਟੈਲੀਫੋਨ ਆਇਆ। ਉਹ ਇੱਥੇ ਇੱਕ ਸੋਲਨ ਆਸ਼ਰਮ ਹੈ, ਉਹਦੇ ਵਿੱਚ ਜਾਂਦਾ ਹੁੰਦਾ ਹੈ। ਕਹਿੰਦਾ ਜਦੋਂ ਮੈਂ ਉਹਦੇ ਵਿੱਚ ਜਾਂਦਾ ਹਾਂ ਇੱਕ ਜਗ੍ਹਾ 'ਤੇ, ਮੈਂ ਰੁਕਦਾ ਹਾਂ, ਠਹਿਰਦਾ ਹਾਂ, ਬੈਠਦਾ, ਅਤੇ ਮੈਨੂੰ ਖਾਲੀਪਨ ਦਾ ਅਹਿਸਾਸ ਹੁੰਦਾ ਹੈ ਅਤੇ ਬੜਾ ਚੰਗਾ ਲੱਗਦਾ। ਅਤੇ ਉਹ ਜਗ੍ਹਾ ਮੈਨੂੰ ਚੰਗੀ ਲੱਗੀ। ਜਦੋਂ ਵੀ ਗਿਆ ਤਾਂ ਮੈਨੂੰ ਵੈਸਾ ਥੋੜ੍ਹਾ ਜਿਹਾ ਹੁੰਦਾ ਹੈ ਉੱਥੇ ਮਹਿਸੂਸ। ਅਤੇ ਉਸ ਡੇਰੇ ਨਾਲ ਲਗਾਵ ਹੋ ਗਿਆ। ਅਤੇ ਉਸ ਡੇਰੇ ਦੇ ਜਿਹੜੇ ਮਹਾਤਮਾ ਹਨ, ਉਹ ਰਹਿਣ ਦੀ ਵੀ ਫੀਸ ਲੈਂਦੇ ਹਨ। ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਫਲਾਈਟ ਬਣਾ ਰਹੇ ਹਾਂ ਰਹਿਣ ਵਾਸਤੇ, ਤੁਸੀਂ ਇੱਕ ਫਲਾਈਟ ਬੁੱਕ ਕਰਵਾ ਲਓ। ਇਹ ਨੌਜਵਾਨ ਕਹਿੰਦਾ ਮੇਰੇ ਕੋਲ ਪੈਸੇ ਤਾਂ ਇੰਨੇ ਹੈ ਨਹੀਂ। ਉਹ ਕਹਿੰਦੇ ਕਿਸ਼ਤਾਂ 'ਚ ਦੇ ਦਿਓ, ਅਸੀਂ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ। ਤਾਂ ਉਹ ਕਹਿੰਦਾ ਮੈਂ ਕਿਸ਼ਤਾਂ ਕੁਛ ਦੇ ਵੀ ਦਿੱਤੀਆਂ ਹਨ। ਅਤੇ ਹੁਣ ਟੈਲੀਫੋਨ ਆਇਆ ਬਾਕੀ ਕਿਸ਼ਤਾਂ ਵਾਸਤੇ, ਤਾਂ ਹੁਣ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈ, ਅਤੇ ਮੈਂ ਕੀ ਕਰਾਂ? ਕਿਸ਼ਤਾਂ ਦੇਵਾਂ ਕਿ ਨਾ ਦੇਵਾਂ? ਦੇਖੋ, ਇਹ ਸਾਧੂ ਹਨ, ਇਹ ਮਹਾਤਮਾ ਹਨ। ਇਹੋ ਜਿਹੇ ਮਹਾਤਮਾ ਨੇ ਬਹੁਤ ਧੰਦੇ ਖੋਲ੍ਹੇ ਹੋਏ ਹਨ। ਇਹ ਇਕੱਲੇ ਨਹੀਂ ਹਨ, ਬਹੁਤ ਮਹਾਤਮਾ ਹਨ, ਬਹੁਤ ਸਾਧੂ ਹਨ, ਬਹੁਤ ਐਸੇ ਧਾਰਮਿਕ ਲੋਕ ਹਨ ਜਿਹੜੇ ਐਸਾ ਕੰਮ ਕਰਦੇ ਹਨ। ਫਲਾਈਟ ਬਣਾ ਬਣਾ ਕੇ ਅੱਗੇ ਆਪਣੇ ਹੀ ਸੇਵਾਦਾਰਾਂ ਨੂੰ ਵੇਚ ਦਿੰਦੇ ਹਨ, ਆਪਣੇ ਸ਼ਰਧਾਲੂਆਂ ਨੂੰ ਵੇਚ ਦਿੰਦੇ ਹਨ। ਉਹ ਫਿਰ ਸਦਾ ਵਾਸਤੇ ਉਹਨਾਂ ਦੇ ਨਾਲ ਜੁੜੇ ਰਹਿੰਦੇ ਹਨ, ਜਾ ਵੀ ਨਹੀਂ ਕਿਤੇ ਸਕਦੇ, ਫਲਾਈਟ ਵੀ ਉਹਨਾਂ ਦਾ ਬਣ ਗਈ। ਦੇਖੋ ਕੈਸਾ ਤਰੀਕਾ ਹੈ। ਫਿਰ ਉਲਝਾ ਕਿਹੜੇ ਕੰਮ 'ਚ ਰਹੇ ਹਨ? ਉਹ ਹੁਣ ਸੰਸਾਰ ਤੋਂ ਮੁਕਤੀ ਦਾ ਰਸਤਾ ਦੱਸ ਰਹੇ ਹਨ। ਪ੍ਰਚਾਰ ਬਹੁਤ ਵਧੀਆ ਕਰਦੇ, ਪ੍ਰਚਾਰ ਸੁਣ ਕੇ ਆਦਮੀ ਫਸ ਜਾਂਦਾ ਵੀ ਇਹੋ ਜਿਹੀ ਗੱਲ, ਇੰਨਾ ਗਿਆਨ, ਪਰ ਸਿਰਫ ਬਾਹਰਲਾ ਹੀ ਗਿਆਨ ਹੈ ਨਾ। ਅਤੇ ਲੋਕਾਂ ਨੂੰ ਫਸਾ ਕਿਹੜੇ ਕੰਮ 'ਚ ਰਹੇ ਹਨ? ਦੇਖੋ, ਚਲੋ ਆਪ ਤੇ ਫਸੇ ਹੋਏ ਹਨ ਆਸ਼ਰਮ ਦੇ ਵਿੱਚ, ਪਰ ਦੂਸਰਿਆਂ ਨੂੰ ਤੇ ਨਾ ਫਸਾਉਣ। ਹੁਣ ਜਿਹਨੂੰ ਉਹ ਕਹਿ ਰਹੇ ਹਨ ਸੰਸਾਰ 'ਚੋਂ ਨਿਕਲਣ ਵਾਸਤੇ ਉਪਦੇਸ਼ ਦੇ ਰਹੇ ਹਨ, ਉਹਨੂੰ ਹੀ ਸੰਸਾਰ ਵਿੱਚ ਫਸਾ ਰਹੇ ਹਨ। ਦੇਖੋ ਉਹ ਹੁਣ ਕਿੰਨਾ ਬੇਚੈਨ ਹੈ। ਕੁਛ ਕਿਸ਼ਤਾਂ ਦੇ ਦਿੱਤੀਆਂ, ਕੁਛ ਰਹਿ ਗਈਆਂ, ਹੁਣ ਪੈਸੇ ਨਹੀਂ ਹੈ, ਤਾਂ ਉਹਨੂੰ ਇੱਕ ਨਵੀਂ ਪਰੇਸ਼ਾਨੀ 'ਚ ਫਸਾ ਦਿੱਤਾ।
ਇਸ ਮਹਾਤਮਾ ਨੇ, ਇਸ ਡੇਰੇਦਾਰ ਨੇ ਕਿੰਨਿਆਂ ਨੂੰ ਨਾ ਫਸਾਇਆ। ਉਹ ਬਹੁਤ ਫਸੇ ਹਨ ਬੇਸਮਝ। ਫਲੈਟ ਲੈ ਲਏ, ਹੁਣ ਲੈ ਲਏ ਤੋਂ ਪ੍ਰੋਪਰਟੀ ਬਣ ਗਈ, ਪ੍ਰੋਪਰਟੀ ਬਣ ਗਈ ਤੇ ਫਸ ਗਏ। ਪਹਿਲੀ ਪ੍ਰੋਪਰਟੀ 'ਚ ਫਸੇ ਹੋਏ ਆ, ਘਰਾਂ ਦੇ ਵਿੱਚ ਫਸੇ ਹੋਏ, ਪਰਿਵਾਰਾਂ ਦੇ ਵਿੱਚ ਫਸੇ ਹੋਏ, ਉੱਥੋਂ ਨਹੀਂ ਨਿਕਲ ਪਾ ਰਹੇ ਹਨ। ਇੱਕ ਨਵੇਂ ਜਾਲ ਦੇ ਵਿੱਚ ਫਸ ਰਹੇ ਹਨ ਤੇ ਫਸਾਇਆ ਜਾ ਰਿਹਾ ਹੈ। ਪਰ ਬਾਹਰੋਂ ਨਹੀਂ ਨਾ ਦਿਖਦਾ ਹੈ। ਬਾਹਰੋਂ ਉਹਨਾਂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ, ਬਾਹਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਫਸਿਆ ਹੋਇਆ ਹੈ ਆਦਮੀ। ਜਿਹੜਾ ਦੂਸਰੇ ਨੂੰ ਫਸਾ ਰਿਹਾ ਹੈ ਉਹ ਪੱਕਾ ਹੀ ਫਸਿਆ ਹੋਇਆ ਹੈ। ਨਹੀਂ ਤਾਂ ਇਹੋ ਜਿਹੀਆਂ ਉਲਝਣ ਤੇ ਥੋੜ੍ਹੀ ਜਿਹੀ ਕੋਈ ਫਸਾਉਂਦਾ ਹੈ। ਅਗਲਾ ਕਹਿੰਦਾ ਵੀ ਤੂੰ ਸੰਸਾਰ 'ਚੋਂ ਨਿਕਲ। ਹੁਣ ਦੇਖੋ, ਇਹ ਤਾਂ ਉਹ ਪ੍ਰੋਪਰਟੀ ਡੀਲਰ ਵਾਲਾ ਕੰਮ ਹੋ ਗਿਆ ਨਾ। ਵੀ ਪ੍ਰੋਪਰਟੀ ਬਣਾ ਕੇ ਅੱਗੇ ਵੇਚਣੀ ਹੈ ਤੇ ਆਪਣੇ ਹੀ ਸ਼ਰਧਾਲੂਆਂ ਨੂੰ, ਆਪਣੇ ਹੀ ਪ੍ਰੇਮੀਆਂ ਨੂੰ। ਕਿਹੜੇ ਢੰਗ ਦੇ ਨਾਲ ਫਸਾਇਆ ਜਾ ਰਿਹਾ ਹੈ, ਉਲਝਾਇਆ ਜਾ ਰਿਹਾ ਹੈ ਤੇ ਕੈਸੀ ਉਲਝਣ 'ਚ ਲੋਕ ਫਸ ਰਹੇ ਹਨ ਤੇ ਦਿਖ ਨਹੀਂ ਰਿਹਾ ਹੈ ਉਹਨਾਂ ਨੂੰ ਵੀ ਇੱਕ ਉਲਝਣ 'ਚੋਂ ਤਾਂ ਨਹੀਂ ਨਿਕਲ ਨਹੀਂ ਪਾ ਰਹੇ ਹਨ ਤੇ ਦੂਸਰੀ ਨਵੀਂ ਉਲਝਣ 'ਚ ਫਸ ਰਹੇ ਆ। ਤੇ ਸ਼ਾਂਤੀ ਦਾ ਉਪਦੇਸ਼ ਦੇ ਰਹੇ ਹਨ। ਇਹ ਪ੍ਰੇਮੀ ਸ਼ਾਂਤ ਹੋ ਜਾਊਗਾ ਜਿਹਦੇ ਕੋਲ ਕਿਸ਼ਤਾਂ ਨਹੀਂ ਦੇ ਹੁੰਦੀਆਂ। ਇਹ ਆਣ ਕੇ ਉਸ ਆਸ਼ਰਮ 'ਤੇ ਬੈਠ ਕੇ ਧਿਆਨ ਕਰ ਸਕਦਾ ਹੈ। ਮੈਨੂੰ ਕਿਹਾ ਸਿਰਫ ਉਸ ਸਥਾਨ 'ਤੇ ਤੂੰ ਸਮੋਹਿਤ ਹੋ ਗਿਆ। ਜਿਵੇਂ ਕੋਈ ਸਮੋਹਿਤ ਕਿਸੇ ਜਗ੍ਹਾ 'ਤੇ ਕਰ ਦੇਵੇ ਨਾ, ਉਸ ਜਗ੍ਹਾ 'ਤੇ ਜਾਵੇ ਅਤੇ ਫਿਰ ਉਹਨੂੰ ਵੈਸਾ ਹੀ ਫੀਲ ਹੁੰਦਾ ਹੈ, ਮਹਿਸੂਸ ਹੁੰਦਾ। ਇੱਦਾਂ ਹੀ ਉਹਨੂੰ ਉਸ ਜਗ੍ਹਾ 'ਤੇ ਜਾ ਕੇ ਵੈਸਾ ਹੀ ਮਹਿਸੂਸ ਹੋ ਰਿਹਾ ਹੈ। ਥੋੜ੍ਹੀ ਕੁਝ ਉੱਥੇ ਫਿਰ ਸਮੋਹਿਤ ਹੋ ਗਿਆ ਉਸ ਜਗ੍ਹਾ ਦੇ ਨਾਲ ਜੁੜ ਕੇ। ਇੱਦਾਂ ਲੋਕ ਜਗ੍ਹਾ ਦੇ ਨਾਲ ਜੁੜੇ ਹੋਏ ਹਨ, ਜਗ੍ਹਾ ਨੂੰ ਨਹੀਂ ਛੱਡਦੇ ਹਨ। ਕਿਸੇ ਨਾ ਕਿਸੇ ਜਗ੍ਹਾ 'ਤੇ ਉਹਨਾਂ ਨੂੰ ਥੋੜ੍ਹਾ ਬਹੁਤਾ ਇਹੋ ਜਿਹਾ ਹੋ ਜਾਂਦਾ ਹੈ, ਉਹਦੇ ਨਾਲ ਹੀ ਜੁੜ